ਸਾਰੇ ਪੰਜਾਬ ਦੀਆਂ ਅੱਖਾਂ ਪੰਜਾਬ ਦੇ ਮੰਤਰੀ ਮੰਡਲ ਉੱਤੇ ਲੱਗੀਆਂ ਹੋਈਆਂ ਨੇ ਕਿ ਪੰਜਾਬ ਦਾ ਮੰਤਰੀ ਮੰਡਲ ਕਿਸ ਤਰ੍ਹਾਂ ਦਾ ਹੁੰਦਾ ਹੈ। ਕੀ ਪੰਜਾਬ ਕਾਂਗਰਸ ਵਿੱਚ ਮਚਿਆ ਹੋਇਆ ਘਮਾਸਾਨ ਹੱਲ ਹੋਣ ਦੇ ਕੋਈ ਸੰਕੇਤ ਨੇ? ਇਸ ਸੰਬੰਧੀ ਸਾਡੇ ਨਾਲ ਗੱਲ ਕਰਨ ਵਾਸਤੇ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਖਵੀਰ ਬਾਜਵਾ ਔਰ ਅਸ਼ਵਨੀ ਕੁਮਾਰ। ਉਹਨਾਂ ਦੇ ਨਾਲ ਜਾਣਾਂਗੇ ਕਿ ਪੰਜਾਬ ਦੀ ਰਾਜਨੀਤੀ ਦੀ ਦਸ਼ਾ ਅਤੇ ਦਿਸ਼ਾ ਕਿਸ ਤਰ੍ਹਾਂ ਬਦਲ ਜਾ ਰਹੀ ਹੈ ਤੇ ਇਹ ਵੀ ਜੋ ਸਾਡੇ ਸੂਤਰ ਦੱਸ ਰਹੇ ਨੇ ਕਿ ਕਿਸੇ ਵੀ ਸਮੇਂ ਪੰਜਾਬ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋ ਸਕਦਾ ਹੈ। ਅਸ਼ਵਨੀ, ਇਹ ਦੱਸੋ ਕਿ ਲਗਾਤਾਰ ਹੀ ਕਿਆਸ ਰਾਜੀਆਂ ਵੀ ਲਾਈਆਂ ਗਈਆਂ ਤੇ ਹਾਈ ਕਮਾਂਡ ਵੱਲ ਦੇਖਿਆ ਵੀ ਜਾ ਰਿਹਾ ਕਿ ਪੰਜਾਬ ਦਾ ਜਿਹੜਾ ਮੰਤਰੀ ਮੰਡਲ ਹੈ, ਕੈਪਟਨ ਅਮਰਿੰਦਰ ਸਿੰਘ ਦਾ ਮੰਤਰੀ ਮੰਡਲ ਕਿਸ ਤਰ੍ਹਾਂ ਦਾ ਹੋਊਗਾ? ਕੀ ਵਾਕਿਆ ਹੀ ਇਹਦੇ ਵਿੱਚ ਬਦਲਾਅ ਹੋਣ ਜਾ ਰਿਹਾ? ਬਿਲਕੁਲ ਇਸ ਚੀਜ਼ ਦੀ ਇਹਦੀ ਸੁਗਬੁਗਾਹਟ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ, ਪਰ ਹਰੀਸ਼ ਰਾਵਤ ਜੀ ਨੇ 10 ਤਰੀਕ ਦਾ ਸਮਾਂ ਦਿੱਤਾ ਸੀਗਾ, ਉਹਦੀ ਮਿਆਦ ਤਾਂ ਖਤਮ ਹੋ ਚੁੱਕੀ ਹੈ। ਲੇਕਿਨ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਜੀ ਨੇ ਉਹਨਾਂ ਨੂੰ ਫ੍ਰੀ ਹੈਂਡ ਦੇ ਦਿੱਤਾ ਹੈ ਕੈਪਟਨ ਨੂੰ, ਕਿ ਕੈਪਟਨ ਸਾਹਿਬ ਖੁਦ ਆਪਣੇ ਲੈਵਲ ਦੇ ਉੱਪਰ ਮੰਤਰੀ ਮੰਡਲ 'ਚ ਫੇਰ ਬਦਲ ਕਰਨ। ਤੇ ਇਹ ਮੰਨਿਆ ਜਾ ਰਿਹਾ ਕਿ ਮਾਲਵਾ ਦੇ ਜਿਹੜੇ ਚਿਹਰੇ ਹੈ ਉਹਨਾਂ ਵਿੱਚ ਕਾਫੀ ਬਦਲਾਅ ਹੋ ਸਕਦਾ ਹੈ, ਕਿਉਂਕਿ ਉਹ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਔਰ ਕੈਪਟਨ ਦੇ ਖਿਲਾਫ ਮੋਰਚਾ ਖੋਲ੍ਹਣ ਦੇ ਵਿੱਚ ਕੋਈ ਸੰਕੋਚ ਨਹੀਂ ਕਰ ਰਹੇ ਹਨ। ਬਾਜਵਾ ਸਾਹਿਬ, ਜੇ ਗੱਲ ਕੀਤੀ ਜਾਵੇ ਤਾਂ ਇੱਕਦਮ ਹੀ ਖਾਨਾ ਜੰਗੀ ਪੈਦਾ ਹੋ ਗਈ ਆ ਪੰਜਾਬ ਦੀ ਕੈਬਨਿਟ ਦੇ ਵਿੱਚ ਤੇ ਅੱਜ ਆਪਸ ਦੇ ਵਿੱਚ ਉਲਝੇ ਵੀ ਪਏ ਨੇ। ਤੇ ਕੀ ਲੱਗ ਰਿਹਾ ਕਿ ਜਿਹੜੇ ਨਵੇਂ ਚਿਹਰਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਆ ਕਿਸ ਤਰ੍ਹਾਂ ਦੇ ਹੋ ਸਕਦੇ ਨੇ ਜਾਂ ਕਿਹੜੇ ਏਰੀਏ ਦੇ ਨਾਲ ਸੰਬੰਧਿਤ ਹੋ ਸਕਣਗੇ? ਇੱਕ ਤਾਂ ਸਾਫ਼ ਹੈ ਕਿ ਪਿਛਲੇ 4.5 ਸਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪ੍ਰਧਾਨਗੀ ਦੇ ਵਿੱਚ ਆਪਣੇ ਹੀ ਸਹਿਯੋਗੀਆਂ ਨਾਲ ਸਹੀ ਤਾਲਮੇਲ ਨਹੀਂ ਬਣਾਇਆ। ਸਹੀ ਤਾਲਮੇਲ ਨਾ ਬਣਾਉਣ ਕਰਕੇ ਆਪਸ 'ਚ ਪੋਲੀਟੀਕਲ ਲੋਕੇਸ਼ਨ ਨਹੀਂ ਬੈਠੀ, ਜਿਹਦੇ ਕਰਕੇ ਲੋਕਾਂ 'ਚ ਰੋਸ਼ ਪੈਦਾ ਹੋਇਆ, ਮੰਤਰੀਆਂ ਨੇ ਵਿਰੋਧ ਕੀਤਾ, ਉਹਦੇ ਵਿੱਚ ਐਮਐਲਏ ਨਿਕਲੇ। ਹੁਣ ਜਦ ਤੱਕ ਐਮਐਲਏ ਦੀ ਹੁਣ ਜਿਹੜੀ ਗੱਲ ਸੀ ਵੀ ਜਿਹੜੇ ਬਦਲਾਵ ਹੋਏਗਾ, ਬਦਲਾਵ ਉਹਨਾਂ ਦੀ ਹੋਣੀ ਚਾਹੀਦੀ ਜਿਨ੍ਹਾਂ ਦੀ ਕਾਰਗੁਜ਼ਾਰੀ ਪਿਛਲੇ 4 ਸਾਲ ਤੱਕ ਠੀਕ ਨਹੀਂ ਰਹੀ। ਆ ਕੇ ਇਹ ਸਵਾਲ ਕਿਉਂ ਉੱਠਿਆ? ਇਹ ਸਵਾਲ ਤਾਂ ਉੱਠਿਆ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਦੌਰਾਨ ਇਹ ਚੀਜ਼ ਸਾਹਮਣੇ ਆਈ ਕਿ ਪੋਲੀਟੀਕਲੀ ਤੌਰ 'ਤੇ ਕਿ ਵੀ ਇਹਨਾਂ ਦਾ ਅਮਰਿੰਦਰ ਦੇ ਪ੍ਰਤੀ ਇੱਕ ਰੁੱਖ ਪੈਦਾ ਕੀਤਾ ਗਿਆ, ਜਿਹੜੀ ਗੁੱਟ ਪੈਜਾ ਪੈਦਾ ਹੋਈ ਹੈ। ਤੇ 4 ਸਾਲ ਚੁੱਪੀ ਸਾਧ ਰੱਖਣਾ, ਮੰਤਰੀਆਂ ਦੀ ਪਰਫਾਰਮੈਂਸ ਠੀਕ ਨਾ ਆਉਣਾ ਔਰ ਉਹ ਐਮਐਲਏ ਦਾ ਬੋਲਣਾ ਜਿਨ੍ਹਾਂ ਨੇ ਕਦੀ ਅੱਜ ਤੱਕ ਸੀਐਮ ਅੱਗੇ ਸਿਰ ਝੁਕਾ ਕੇ ਹਮੇਸ਼ਾ ਹਰ ਥਾਂ ਦੇ ਹਰ ਫੈਸਲੇ ਪ੍ਰਵਾਨ ਕੀਤਾ ਸੀ, ਆ ਕੇ ਇਟ ਮੀਨਸ ਕਿਤੇ ਨਾ ਕਿਤੇ ਸਭ ਠੀਕ ਹੈ, ਸਭ ਅੱਛਾ ਨਹੀਂ ਹੈ। ਪਰ ਅਸ਼ਵਨੀ ਜੀ, ਇਹ ਦੱਸੋ ਕਿ ਪੰਜਾਬ ਕਾਂਗਰਸ ਦੇ ਵਿੱਚ ਜਿਹੜੀ ਬਗਾਵਤ ਦੀ ਚੰਗਾਰੀ ਉੱਠੀ ਹੋਈ ਹੈਗੀ ਆ, ਉਹ ਪੰਜਾਬ ਦੀ ਕੈਬਨਿਟ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਕੈਬਨਿਟ ਦੇ ਵਿੱਚ ਵੀ ਉੱਠੀ ਹੋਈ ਹੈ। ਕੀ ਲੱਗਦਾ ਕਿ ਅੱਗ ਨੂੰ ਵਧਣ ਤੋਂ ਪਹਿਲਾਂ ਉਹਦੇ 'ਤੇ ਪਾਣੀ ਪਾ ਦਿੱਤਾ ਜਾਊਗਾ? ਬਿਲਕੁਲ, ਇਲੈਕਸ਼ਨ ਬਹੁਤ ਨੇੜੇ ਹੈ ਔਰ ਪਾਣੀ ਪਾਣ ਤੋਂ ਇਲਾਵਾ ਕੋਈ ਵਿਕਲਪ ਹੀ ਨਹੀਂ ਹੈ ਸਰਕਾਰ ਦੇ ਕੋਲ। ਜੇ ਸਰਕਾਰ ਇਸ ਵੇਲੇ ਕੋਈ ਕਦਮ ਨਹੀਂ ਚੱਕਦੀ ਜਾਂ ਪਾਰਟੀ ਦੇ ਲੈਵਲ ਤੇ ਇਸ ਵੇਲੇ ਕੋਈ ਠੋਸ ਕਦਮ ਨਹੀਂ ਚੱਕਿਆ ਜਾਂਦਾ ਤਾਂ ਇਹ ਤੈਅ ਹੈ ਕਿ ਇਹਦਾ ਸਾਰਾ ਸਮੀਕਰਨ 2022 ਦੇ ਇਲੈਕਸ਼ਨਾਂ ਦੇ ਵਿੱਚ ਪਏਗਾ ਤੇ ਸਾਰਾ ਸਮੀਕਰਨ ਗੜਬੜਾ ਸਕਦਾ। ਕੁਝ ਸਮਾਂ ਪਹਿਲੇ ਤੁਹਾਨੂੰ ਪਤਾ ਹੀ ਹੋਣਾ ਕਿ ਕੁਝ ਸਮਾਂ ਪਹਿਲੇ ਤੱਕ ਇਹ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਬੜੀ ਕਲੀਨ ਸਵੀਪ 2022 'ਚ ਲੈ ਕੇ ਜਾਏਗੀ, ਲੇਕਿਨ ਪਿਛਲੇ ਕੁਝ 6 ਮਹੀਨੇ ਔਰ 1 ਸਾਲ ਦੇ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਇਤਨੀ ਤੇਜ਼ੀ ਨਾਲ ਸਿਨੈਰੀਓ ਬਦਲਿਆ ਕਿ ਹੁਣ ਕਾਂਗਰਸ ਦੇ ਕੋਲ ਇਸ ਦਾ ਕੋਈ ਵੀ ਕਿੰਤੂ ਪਰੰਤੂ ਕਰਨ ਦੀ ਗੁੰਜਾਇਸ਼ ਹੀ ਨਹੀਂ ਬਚੀ ਹੈ। ਸਰਕਾਰ ਨੂੰ ਬਹੁਤ ਤੇਜ਼ੀ ਨਾਲ ਫੈਸਲੇ ਲੈਣੇ ਪੈਣਗੇ ਔਰ ਇਹਦੇ ਵੱਲ ਵੱਧ ਵੀ ਰਹੀ ਹੈ ਆਲਰੇਡੀ ਸਰਕਾਰ। ਲੇਕਿਨ ਬਾਜਵਾ ਸਾਹਿਬ, ਜਿਸ ਤਰ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧਾ ਇਸ਼ਾਰਾ ਵੀ ਕਰ ਦਿੱਤਾ ਕਿ ਤੁਸੀਂ ਹੀ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਉੱਪਰ ਵੀ ਰਹੇਂਗੇ ਹੋ ਤੇ ਬਦਲਾਅ ਵਾਸਤੇ ਵੀ ਕਿਹਾ ਗਿਆ ਕਿ ਉਹਨਾਂ ਨੂੰ ਹੀ ਫ੍ਰੀ ਹੈਂਡ ਦੇ ਦਿੱਤਾ ਗਿਆ। ਲੇਕਿਨ ਜਿਹੜੀ ਬਗਾਵਤ ਦੀ ਚੰਗਾਰੀ ਹਾਈ ਕਮਾਂਡ ਨੇ ਸੁਲਝਾਈ ਸੀਗੀ, ਉਹਦਾ ਕੀ ਬਣੂਗਾ? ਜਿਨ੍ਹਾਂ ਨੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵਾਅਦਾ ਖਿਲਾਫੀ ਕੀਤੀ, ਉਹਨਾਂ ਦਾ ਕੀ ਤੁਸੀਂ ਉਹਨਾਂ ਦਾ ਭਵਿੱਖ ਦੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਵੀ ਇਹ ਪਿਛਲੇ ਜਿਵੇਂ ਮੇਰੇ ਸਾਥੀ ਨੇ ਗੱਲ ਕੀਤੀ 6 ਮਹੀਨੇ ਦੌਰਾਨ ਸਾਰਿਆਂ ਕਿਵੇਂ ਚੇਂਜ ਹੋਇਆ। ਦੇਖੋ, ਪੀਪੀਸੀਸੀ ਦਾ ਚੀਫ ਬਦਲਣਾ, ਹਿੰਦੂ ਲੀਡਰ ਨੂੰ ਲਗਾਉਣਾ, ਜੱਟ ਨੌਨ ਸਿੱਖ ਚਿਹਰੇ ਨੂੰ ਲਗਾਉਣਾ, ਇਹ ਅਚਾਨਕ ਕਿੱਥੋਂ ਗੱਲਾਂ ਆਈਆਂ? ਇੱਕੋ ਗੱਲ ਸੀ ਕਿ ਕਿਤੇ ਨਾ ਕਿਤੇ ਇਹਨਾਂ ਨੂੰ ਪੋਲੀਟੀਕਲੀ ਤੌਰ 'ਤੇ ਕਿਤੇ ਨਾ ਕਿਤੇ ਐਕਸੈਪਟੈਂਸ ਸੀ, ਜਦ ਕਿ ਉਹਨੂੰ ਸੀਐਮ ਅਮਰਿੰਦਰ ਜਾਖੜ ਸਾਹਿਬ ਨੂੰ ਥਾਪੀ ਦੇ ਚੁੱਕੇ ਸੀ। ਜਦ ਤੱਕ ਸੋਨੀਆ ਗਾਂਧੀ ਵੀ ਉਦੋਂ ਆਈ ਹੈ ਜਿਹੜੀ ਬਹੁਤ ਲੇਟ ਹੋ ਗਈ, ਜਿੱਥੇ ਅਕਾਲੀ ਦਲ ਦਾ ਬਸਪਾ ਨਾਲ ਸਹਿਯੋਗ ਹੋਣਾ ਔਰ ਬੀਜੇਪੀ, ਆਮ ਆਦਮੀ ਪਾਰਟੀ ਔਰ ਖੁਦ ਕਾਂਗਰਸ ਪਾਰਟੀ ਦਲਿਤ ਵੋਟ ਬੈਂਕ, ਦਲਿਤ ਵੋਟ ਕਾਰਡ ਨੂੰ ਖੇਲਿਆ। ਔਰ ਨੇ ਜਦੋਂ ਬੀਜੇਪੀ ਕਹਿ ਰਹੀ ਕਿ ਸਾਡਾ ਸੀਐਮ ਦਲਿਤ ਹੋਏਗਾ, ਉਹ ਕਹਿੰਦਾ ਡਿਪਟੀ ਸੀਐਮ ਹੋਏਗਾ, ਇਹਨਾਂ ਨੇ ਕਹਿਤਾ ਮਤਲਬ ਕਿ ਕਿਤੇ ਨਾ ਕਿਤੇ ਇਹ ਜਿਹੜੀ ਹੈ ਕਿ ਸਭ ਜਿਹੜੀ ਪੋਲੀਟੀਕਲੀ ਤੌਰ 'ਤੇ ਜਿਹੜੀ ਹਾਈ ਕਮਾਨ ਜਿਹੜੀ ਹੈ ਉਹ ਕਾਬੂ ਨਹੀਂ ਕਰ ਸਕੀ। ਇਹ ਤਾਂ ਮੈਂ ਦੱਸਣਾ ਚਾਹਾਂਗਾ ਕਿ
ਹੁਣ ਤੱਕ ਪਿੱਛੇ ਮੰਨਿਆ ਜਾਂਦਾ ਸੀ ਕਿ ਵੀ ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਦੀ ਨਹੀਂ ਕੈਪਟਨ ਦੀ ਹੈ, ਕੈਪਟਨ ਦੇ ਮੂੰਹ ਨਾਲ ਸਰਕਾਰ ਬਣੀ ਹੈ। ਤੇ ਇਟ ਮੀਨਸ ਜਿਹੜੀ ਕਾਂਗਰਸ ਪਾਰਟੀ ਦਾ ਆਪਣੇ ਆਪ 'ਚ ਹਾਈ ਕਮਾਂਡ ਕਾਂਗਰਸ ਤੇ ਕੈਪਟਨ ਅਮਰਿੰਦਰ ਹੈ। ਤੇ ਇੰਨਾ ਜ਼ਿਆਦਾ ਤੁਸੀਂ 4-5 ਦਿਨਾਂ ਦੀ ਬੋਡੀ ਲੈਂਗੁਏਜ ਦੇਖੀ ਆ ਕੇ, ਉਹ ਤਾਂ ਸਾਫ਼ ਸੀਗਾ ਵੀ ਕਿੱਥੇ ਸਿੱਧੂ ਵਰਸਸ ਕੈਪਟਨ ਚੱਲ ਰਿਹਾ ਹੈ, ਕਿੱਥੇ ਫਿਰ ਸਿਨੈਰੀਓ ਚੇਂਜ ਹੁੰਦਾ ਪਿਆ, ਫਿਰ ਇਹ ਠੰਡੇ ਬੱਤ 'ਚ ਪਾ ਰਿਹਾ। ਲੇਕਿਨ ਇਹ ਹੁਣ ਜਵਾਲਾਮੁਖੀ ਵਾਂਗੂ ਲੱਗਦਾ ਹੈ ਕਿ ਜਦੋਂ ਪ੍ਰਧਾਨਗੀ ਕੰਪੇਨ ਦਾ ਕਮੇਟੀ ਦਾ ਇੰਚਾਰਜ ਡਿਪਟੀ ਸੀਐਮ ਚਲਾਉਣ ਦਾ ਨਹੀਂ ਬਣ ਪਾਏਗਾ, ਇਸ ਤਰ੍ਹਾਂ ਮਤਲਬ ਕਈ ਚੀਜ਼ਾਂ ਸੀ ਜਿਹੜੀਆਂ ਜਦੋਂ ਉੱਠਣਗੇ ਆ ਕੇ ਇੱਕ ਜਵਾਲਾਮੁਖੀ ਵਾਂਗੂ ਆਏਗਾ। ਉੱਥੇ ਦੇਖਣਾ ਪਏਗਾ ਵੀ ਕਾਂਗਰਸ ਆਪਣੇ ਆਪ ਨੂੰ ਕੰਟਰੋਲ ਕਰ ਪਾਉਂਦੀ ਹੈ ਕਿ ਨਹੀਂ। ਅਸ਼ਵਨੀ ਜੀ, ਮੇਰਾ ਸਵਾਲ ਹੈ, ਤੁਸੀਂ ਬਹੁਤ ਹੀ ਨਜ਼ਦੀਕੀ ਤੋਂ ਪੰਜਾਬ ਦੀ ਸਿਆਸਤ ਨੂੰ ਵਾਚ ਵੀ ਕਰਦੇ ਹੋ, ਵਿਧਾਨ ਸਭਾ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਰਣਨੀਤੀਆਂ ਘੜੀਆਂ ਜਾਂਦੀਆਂ ਨੇ, ਚਾਹੇ ਉਹ ਆਪੋਜੀਸ਼ਨ ਹੋਵੇ ਚਾਹੇ ਸੱਤਾਧਾਰੀ ਧਿਰ ਹੋਵੇ। ਲੇਕਿਨ ਕੀ ਲੱਗ ਨਹੀਂ ਰਿਹਾ ਹੈਗਾ ਕਿ ਜਿਸ ਤਰ੍ਹਾਂ ਦਾ ਸਿਨੈਰੀਓ ਇਸ ਸਮੇਂ ਬਣ ਰਿਹਾ ਹੈ ਤੇ ਇੱਕ ਜਿਹੜਾ ਮੰਤਰੀਆਂ ਦਾ ਧੜਾ ਹੈਗਾ ਜਾਂ ਸਮੂਹ ਕਹਿ ਲਈਏ, ਜਿਹੜੇ ਇਕੱਠੇ ਵੀ ਨੇ ਤੇ ਇੱਕ ਖੇਤਰ ਦੇ ਆਉਂਦੇ ਨੇ, ਵੀ ਜੇਕਰ ਇੱਕ ਵਿਅਕਤੀ ਨੂੰ ਮੰਤਰੀ ਮੰਡਲ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਤਾਂ ਸਾਰੇ ਮੰਤਰੀ ਤੁਰੰਤ ਰਿਜ਼ਾਈਨ ਕਰ ਦੇਣਗੇ। ਇਹਦਾ ਕੀ ਮਤਲਬ ਕੱਢਿਆ ਜਾਵੇ? ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਲਿਕਰ ਵਾਲੇ ਮਾਮਲੇ ਦੇ ਵਿੱਚ ਜਾਂ ਜਦੋਂ ਕੈਬਨਿਟ ਦੀ ਮੀਟਿੰਗ ਹੋਈ ਹੈ ਤਾਂ ਉੱਥੇ ਵੀ ਤੁਸੀਂ ਦੇਖਿਆ ਹੋਣਾ ਕਿ ਇੱਕ ਗੁੱਟ ਕੰਮ ਕਰ ਰਿਹਾ ਹੈ। ਜਦੋਂ ਇੱਕ ਰਿਜ਼ਾਈਨ ਹੁੰਦਾ ਹੈ ਤਾਂ ਦੂਜਾ ਰਿਜ਼ਾਈਨ ਵੀ ਚਲਾ ਜਾਂਦਾ ਹੈ। ਇਸੇ ਤਰੀਕੇ ਦੀ ਪਿਛਲੀ ਹਾਲ ਹੀ ਦੇ ਵਿੱਚ ਉਹ ਜਿਹੜੀ ਕੈਬਨਿਟ ਦੀ ਮੀਟਿੰਗ ਦੇ ਦੌਰਾਨ ਜਦੋਂ ਸੀਐਮ ਸਾਹਿਬ ਨੇ ਕਿਹਾ ਕਿ ਜਿਹੜੇ ਮੰਤਰੀ ਕੰਮ ਨਹੀਂ ਕਰਦੇ ਉਹ ਰਿਜ਼ਾਈਨ ਕਰ ਦੇਣ, ਤਾਂ 1 ਲੱਖ ਕਈ ਮੰਤਰੀਆਂ ਨੇ ਆਪਣਾ ਰਿਜ਼ਾਈਨ ਪ੍ਰਪੋਜ਼ ਕਰ ਦਿੱਤਾ ਸੀ। ਤਾਂ ਇਸ ਕਰਕੇ ਇਹ ਬਿਲਕੁਲ ਸਹੀ ਹੈ ਕਿ ਜੇ ਕੈਪਟਨ ਸਾਹਿਬ ਦੇ ਸਾਹਮਣੇ ਚੁਣੌਤੀ ਵੀ ਰਹੇਗੀ ਕਿ ਉਹ ਕਿਹੜੇ ਮੰਤਰੀ ਨੂੰ ਹਟਾਉਣ ਕਿ ਪੂਰੀ ਤਰੀਕੇ ਨਾਲ ਬਗਾਵਤ ਨਾ ਹੋਵੇ। ਔਰ ਅਗਰ ਇਹ ਬਗਾਵਤ ਹੁੰਦੀ ਹੈ ਤਾਂ ਉਸ ਨੂੰ ਦੱਬਣ ਲਈ ਕੋਈ ਨਾ ਕੋਈ ਪਹਿਲਾਂ ਹੀ ਐਕਸ਼ਨ ਪਲਾਨ ਤਿਆਰ ਰੱਖਿਆ ਜਾਵੇ, ਪਲਾਨ ਬੀ ਪਲਾਨ ਸੀ ਪਲਾਨ। ਔਰ ਇਸ ਲਈ ਇਹ ਬੜੀ ਜ਼ਿਆਦਾ ਇਸ ਵੇਲੇ ਬੜੀ ਫਸੀ ਹੋਈ ਸਿਚੁਏਸ਼ਨ ਹੈ ਜਿਹਦੇ ਵਿੱਚ ਕੈਪਟਨ ਸਾਹਿਬ ਨੂੰ ਡਿਸੀਜਨ ਲੈਣੇ ਪੈਣਗੇ। ਬਾਜਵਾ ਸਾਹਿਬ, ਕੈਪਟਨ ਸਾਹਿਬ ਡਿਸੀਜਨ ਮੇਕਰ ਮੰਨੇ ਜਾਂਦੇ ਨੇ ਤੇ ਜੋ ਚਾਹੇ ਉਹਨਾਂ ਦਾ ਨੁਕਸਾਨ ਹੋਵੇ ਚਾਹੇ ਫਾਇਦਾ ਹੋਵੇ, ਜਿਹੜਾ ਡਿਸੀਜਨ ਮਨ ਦੇ ਵਿੱਚ ਧਾਰ ਲਿਆ ਉਹ ਧਾਰ ਲਿਆ, ਫਿਰ ਫਾਇਦੇ ਨੁਕਸਾਨ ਦੀ ਗੱਲ ਨਹੀਂ ਦੇਖੀ ਜਾਂਦੀ। ਲੇਕਿਨ ਜਿਹੜਾ ਮੰਤਰੀ ਮੰਡਲ ਦਾ ਵਿਸਤਾਰ ਹੈਗਾ ਇਹਦੇ ਵਿੱਚ ਵੀ ਫਾਇਦੇ ਨੁਕਸਾਨ ਦੀ ਗੱਲ ਦੇਖੀ ਜਾਊਗੀ ਜਾਂ ਜੋ ਡਿਸੀਜਨ ਲੈ ਲਿਆ ਤਾਂ ਲੈ ਲਿਆ? ਦੇਖੋ, ਕੈਪਟਨ ਅਮਰਿੰਦਰ ਸਾਰੇ ਕਹਿੰਦੇ ਨੇ ਕਿ ਵੀ ਜੋ ਇੱਕਦਮ ਨਵਜੋਤ ਸਿੱਧੂ ਬਾਰੇ ਸਟੈਂਡ ਲੈਣਾ ਔਰ ਕਹਿਣਾ ਕਿ ਮੈਂ ਜਿਹੜਾ ਵੀ ਜਾਂ ਪਾਰਟੀ 'ਚ ਇਹ ਰਹੇਗਾ ਜਾਂ ਮੈਂ ਰਵਾਂਗਾ ਜਾਂ ਇਸ ਨੂੰ ਮੈਂ ਉਹ ਪੋਸਟ ਦੇਵਾਂਗਾ, ਜਿਹੜੀ ਪਬਲਿਕ ਇੱਦਾਂ ਨਹੀਂ ਹੋਏਗੀ। ਮਤਲਬ ਕਿਤੇ ਨਾ ਕਿਤੇ ਕੈਪਟਨ ਜਿਹੜਾ ਆਪਣੇ ਆਪ 'ਚ ਹਾਈ ਕਮਾਂਡ ਸੀਗਾ। ਹਾਂ, ਇਹ ਗੱਲ ਪੱਕੀ ਹੈ ਇਹਨਾਂ ਦੀ ਇੱਕ ਕੈਪਟਨ ਦੀ ਹੈਗੀ ਵੀ ਜਿਹੜਾ ਉਹਨੇ ਪੋਲੀਟੀਕਲ ਸਟੈਂਡ ਲੈ ਲਿਆ। ਲੰਚ ਡਿਪਲੋਮੈਸੀ ਚੱਲੀ, ਐਮਐਲਏ ਸੀਗੇ ਨਾਰਾਜ਼ ਸੀ ਮਨਾਏ, ਮੰਤਰੀ ਨਾਰਾਜ਼ ਸੀ ਮਨਾਏ। ਜਿੱਦਾਂ ਦੱਸਿਆ ਕਿ ਚੀਫ ਸੈਕਟਰੀ ਦਾ ਉਹਦਾ ਪੰਗਾ ਪੈ ਗਿਆ, ਫਿਰ ਪੀਐਸ2 ਸੀਐਮ ਦਾ ਪੰਗਾ ਪੈ ਗਿਆ। ਲੇਕਿਨ ਸੀਐਮ ਨੇ ਆਪਣਾ ਸਟੈਂਡ ਬਰਕਰਾਰ ਰੱਖਿਆ। ਉਹਦੇ ਅੱਗੇ ਕਿਤੇ ਨਾ ਕਿਤੇ ਮੰਤਰੀ ਮੰਡਲ ਨੂੰ ਉਹਨੂੰ ਝੁਕਣਾ ਪਿਆ। ਲੇਕਿਨ ਲੱਗ ਨਹੀਂ ਰਿਹਾ ਕਿ ਹਾਈ ਕਮਾਂਡ ਵੀ ਕਿਤੇ ਨਾ ਕਿਤੇ ਝੁਕਦਾ ਹੋਇਆ ਦਿਖਾਈ ਦੇ ਰਿਹਾ, ਤੇ ਇਸੇ ਕਾਰਨ ਕੈਪਟਨ ਅਮਰਿੰਦਰ ਸਿੰਘ ਦੀ ਹਰੇਕ ਗੱਲ ਮੰਨੀ ਵੀ ਜਾ ਰਹੀ ਹੈ ਤੇ ਉਹ ਆਪਣੀ ਪਗਾ ਵੀ ਰਹੇ ਨੇ। ਤੇ ਇਸੇ ਕਾਰਨ ਉਹਨਾਂ ਨੇ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਦਿੱਲੀ ਦੇ ਵਿੱਚ ਮੁਲਾਕਾਤ ਕਰਕੇ ਇੱਕ ਸੰਕੇਤ ਦਿੱਤਾ 2022 ਦੇ ਕੈਪਟਨ ਦਾ। ਇਸੇ ਕਰਕੇ ਦੇਖੋ ਕਿਤੇ ਨਾ ਕਿਤੇ ਨੈਸ਼ਨਲ ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਦੀ ਬਹੁਤ ਅੱਛੀ ਪੋਜੀਸ਼ਨ ਤੇ ਹੈ ਔਰ ਉਹਨੂੰ ਨੈਸ਼ਨਲ ਲੀਡਰ ਤਾਂ ਮੰਨਿਆ ਜਾਂਦਾ ਹੈਗਾ। ਇਸੇ ਕਰਕੇ ਜਦੋਂ ਗੱਲ ਚੱਲੀ ਆ ਕੇ ਵੀ ਸ਼ਾਇਦ ਨੈਸ਼ਨਲ ਕਾਂਗਰਸ 'ਚ ਉਹਨੂੰ ਕਿਤੇ ਨਾ ਕਿਤੇ ਥਾਂ ਮਿਲ ਸਕਦੀ ਹੈ। ਕਈ ਵਾਰੀ ਚੱਲੀ ਆ ਕੇ ਉਸਨੂੰ ਐਕਟਿੰਗ ਤੋਂ ਉਹਦੇ ਪ੍ਰੈਜ਼ੀਡੈਂਟ ਦੇਖ ਲਓ ਜਾਂ ਕੁਝ ਕਰ ਲਓ, ਨੈਸ਼ਨਲ ਜ਼ਿੰਮੇਦਾਰੀ। ਇਟ ਮੀਨਸ ਕਿਤੇ ਨਾ ਕਿਤੇ ਇਸ ਵਕਤ ਕਾਂਗਰਸ ਕੋਲ ਵਿਕਲਪ ਵੀ ਕੋਈ ਨਹੀਂ ਹੈ। ਪੂਰੇ ਦੇਸ਼ ਦੇ ਵਿੱਚ ਕਾਂਗਰਸ ਦਾ ਗ੍ਰਾਫ ਬਿਲਕੁਲ ਥੱਲੇ ਆ ਚੁੱਕਾ। ਉਸ ਹਾਲਾਤ ਦੇ ਉੱਪਰ ਜਿਹੜੀ ਹੈ ਹਾਈ ਕਮਾਂਡ ਉਹ ਰਿਸਕ ਨਹੀਂ ਲੈ ਸਕਦੀ। ਉਹਨਾਂ ਰਿਸਕ ਲੈਣਾ ਮਤਲਬ ਇਹ ਹੈ ਕਿ ਕਾਂਗਰਸ ਦੇ ਗ੍ਰਾਫ ਨੂੰ ਹੋਰ ਥੱਲੇ ਲੈ ਕੇ ਜਾਣਾ। ਜਿੱਥੇ ਪੰਜਾਬ ਦੀ ਸਰਕਾਰ ਹੈ, ਉਮੀਦ ਸੀਗੀ, ਹੁਣ 50-50 ਖੜ ਗਈ ਹੈ, ਫਿਰ ਬਿਲਕੁਲ ਨਾ ਮਾਤਰ ਆ ਜਾਏਗੀ। ਇਸ ਕਰਕੇ ਕਿਤੇ ਨਾ ਕਿਤੇ ਹਾਈ ਕਮਾਂਡ ਵੀ ਕੈਪਟਨ ਪ੍ਰਤੀ ਕਿਤੇ ਨਾ ਕਿਤੇ ਆਪਣੇ ਫੈਸਲੇ ਜਿਹੜੀ ਆ ਅੰਦਰ ਹੀ ਘੁੱਟ ਕੇ ਲੈ ਵੀ ਰਿਹਾ ਔਰ ਸਹਿ ਵੀ ਰਿਹਾ। ਬਿਲਕੁਲ ਲੈ ਵੀ ਰਿਹਾ ਤੇ ਸਹਿ ਵੀ ਰਿਹਾ। ਤੇ ਅਸ਼ਵਨੀ ਜੀ, ਕੀ ਮੰਨਦੇ ਹੋ ਕਿ ਅੱਜ ਤੋਂ 1 ਸਾਲ ਪਹਿਲਾਂ ਆਪਾਂ ਵੀ ਸਾਰੇ ਡਿਸਕਸ ਕਰਦੇ ਹੁੰਦੇ ਸੀਗੇ ਕਿ ਕਾਂਗਰਸ ਦਾ ਕੋਈ ਵਿਕਲਪ ਨਹੀਂ ਹੈਗੀ ਤੇ ਕਾਂਗਰਸ ਦੁਬਾਰਾ 'ਚ ਹੀ ਰਿਪੀਟ ਕਰੂਗੀ। ਲੇਕਿਨ ਜਿਹੜੇ ਹਰ ਟਾਈਮ ਜਿਹੜਾ ਪੰਜਾਬ ਦੀ ਸਿਆਸਤ ਬਦਲਾਅ ਵੱਲ ਨੂੰ
ਜਾ ਰਹੀ ਹੈ, ਚਾਹੇ ਉਹ ਬਿਜਲੀ ਦੇ ਇਸ਼ੂ ਹੋਣ ਜਾਂ ਦੂਸਰੇ ਕਿਸਾਨੀ ਦੇ ਇਸ਼ੂ ਹੋਣ। ਕਿਸਾਨੀ ਇੱਕ ਬਹੁਤ ਵੱਡਾ ਮੁੱਦਾ ਵੀ ਹੈਗੀ ਅਤੇ ਪੰਜਾਬ ਦੇ ਵਿੱਚ ਨਿਰਣਾਇਕ ਭੂਮਿਕਾ ਵੀ ਨਿਭਾਊਗਾ। ਲੇਕਿਨ ਮੰਤਰੀ ਮੰਡਲ ਵਿਸਤਾਰ ਦਾ ਜਿਹੜਾ ਅਸਰ ਹੈਗਾ, ਤੁਸੀਂ ਮੰਨਦੇ ਹੋ ਕਿ 2022 ਦੇ ਵਿੱਚ ਵੀ ਪਵੇਗਾ ਅਤੇ ਜਿਹੜੀ ਬਗਾਵਤ ਹੈਗੀ ਇੱਥੇ ਠੰਡੀ ਹੋ ਜਾਊਗੀ? ਦੇਖੋ, ਬਿਨਾਂ ਸ਼ੱਕ ਮੰਤਰੀ ਮੰਡਲ ਵਿਸਤਾਰ ਦਾ ਪ੍ਰਭਾਵ 2022 ਤੇ ਪੈਣਾ ਤੈਅ ਹੈ। ਪਰ ਜੇ ਇਹਦੀ ਇਸ ਸਿਚੁਏਸ਼ਨ ਨੂੰ ਸਹੀ ਤਰੀਕੇ ਨਾਲ ਹੈਂਡਲ ਨਾ ਕੀਤਾ ਗਿਆ ਤਾਂ ਕਾਂਗਰਸ ਲਈ ਬਹੁਤ ਹੀ ਬੁਰੀ ਸਥਿਤੀ ਹੋ ਸਕਦੀ ਹੈ 2022 ਦੇ ਇਲੈਕਸ਼ਨ ਦੇ ਵਿੱਚ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਬਸਪਾ ਦੇ ਨਾਲ ਗਠਬੰਧਨ ਹੋ ਚੁੱਕਿਆ ਹੈ ਔਰ ਬਸਪਾ ਇਸ ਮਾਝਾ ਦੁਆਬਾ ਦੀ ਬੈਲਟ ਦੇ ਵਿੱਚ ਆਲਰੇਡੀ ਸਟਰੋਂਗ ਹੈ। ਉਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਮਾਲਵਾ 'ਚ ਕਾਫੀ ਸਟਰੋਂਗ ਹੈ। ਇਸ ਕਰਕੇ ਦੋਨੇ ਪਾਰਟੀਆਂ, ਉਧਰ ਸ਼੍ਰੋਮਣੀ ਅਕਾਲੀ ਦਲ ਬਸਪਾ ਤੇ ਇੱਧਰ ਮਾਲਵਾ ਦੇ ਵਿੱਚ ਆਮ ਆਦਮੀ ਪਾਰਟੀ, ਦੋਨੋਂ ਹੀ ਅੱਛਾ ਡੈਂਟ ਪਾਉਣਗੀਆਂ ਅਗਰ ਇਸ ਮਸਲੇ ਨੂੰ ਸਹੀ ਤਰੀਕੇ ਨਾਲ ਹੈਂਡਲ ਨਾ ਕੀਤਾ ਗਿਆ। ਤੇ ਬਾਜਵਾ ਸਾਹਿਬ, ਜਿਵੇਂ ਅਸ਼ਵਨੀ ਨੇ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਬੰਧਨ ਦੇ ਨਾਲ ਇੱਕਦਮ ਹੀ ਜਿਹੜਾ ਅਕਾਲੀ ਦਲ ਵਰਕਰਾਂ ਦੇ ਵਿੱਚ ਕਰੰਟ ਪੈਦਾ ਹੋ ਗਿਆ ਤੇ ਅੱਜ ਉਹ ਸੜਕਾਂ ਤੇ ਵੀ ਨੇ ਤੇ ਲਗਾਤਾਰ ਹੀ ਅਕਾਲੀ ਦਲ ਦੀ ਗੱਲ ਵੀ ਕਰਨ ਲੱਗੇ ਨੇ, ਚਾਹੇ ਉਹ ਮਾਲਵਾ ਹੋਵੇ ਜਾਂ ਦੁਆਬਾ ਹੋਵੇ ਜਾਂ ਮਾਝਾ ਹੋਵੇ। ਬੇਸ਼ੱਕ ਮਾਲਵੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਹੁਤ ਜ਼ਿਆਦਾ ਪ੍ਰਭਾਵ ਵੀ ਹੈਗਾ। ਤੇ ਕੀ ਲੱਗਦਾ ਕਿ ਕਾਂਗਰਸ ਜਿਹੜੀ ਆਪਸ ਦੇ ਵਿੱਚ ਹੀ ਉਲਝੀ ਪਈ ਹੈਗੀ ਆ, ਇਹਨਾਂ ਦਾ ਤਾਣਾ ਬਾਣਾ ਉਲਝਿਆ ਪਿਆ, ਤੇ 2022 ਕਿਸ ਤਰ੍ਹਾਂ ਅਚੀਵ ਕਰੂਗੀ? ਦੇਖੋ, ਇਹ ਗੱਲ ਤਾਂ ਪੱਕਾ ਹੈ, 10 ਸਾਲ ਸੱਤਾ 'ਚ ਰਹਿਣ ਤੋਂ ਬਾਅਦ ਜਦੋਂ ਕਿ ਸਰਕਾਰ ਨੂੰ 5 ਸਾਲ ਦਾ ਮੌਕਾ ਮਿਲਦਾ, 10 ਸਾਲ ਦਾ ਵਕਫਾ ਬਹੁਤ ਹੁੰਦਾ ਹੈ। 10 ਸਾਲ ਦੇ ਵਿੱਚ ਜੋ ਅਕਾਲੀ ਦਲ ਨੇ ਆਪਣੀ ਛਾਪ ਬਿਊਰੋਕ੍ਰੇਸੀ 'ਚ ਪੋਲੀਟੀਕਲੀ ਤੌਰ ਤੇ ਅਲੱਗ-ਅਲੱਗ ਹੈ, ਮਾਝਾ ਮਾਲਵਾ ਦੁਆਬਾ ਦੇ ਵਿੱਚ ਵੀ ਅੱਜ ਤਾਂ ਹੀ ਲੋਕੀ ਕਹਿਣ ਲੱਗੇ ਸੀ ਆ ਕੇ ਵੀ ਇਹ ਅਕਾਲੀਆਂ ਦੀ ਸੁਣੀ ਜਾਂਦੀ ਹੈ, ਕਾਂਗਰਸ ਦੀ ਨਹੀਂ ਸੁਣੀ ਜਾਂਦੀ ਹੈ। ਕਿ ਚਾਹੇ ਬਿਊਰੋਕ੍ਰੇਸੀ ਦੀ ਆਪਾਂ ਗੱਲ ਕਰ ਲਈਏ, ਚਾਹੇ ਉਹਨਾਂ ਦੇ ਵਿਦਨ ਦੇ ਪਾਰਟੀ ਕਰ ਲਓ ਆ ਕੇ, ਇਹ ਕੱਲ ਦੀ ਗੱਲ ਮੰਨ ਲਓ ਆ ਕੇ ਅਮਰਿੰਦਰ ਰਾਜਾ ਬਿਡਿੰਗ ਨੇ 15 ਲੱਖ ਰੁਪਈਆ ਜੋ ਕੈਪਟਨ ਆਏ ਬਾਹਰੋਂ ਦਿੱਤਾ, ਲੇਕਿਨ ਉਹਦਾ ਕਿਤੇ ਨਾ ਕਿਤੇ ਉਹਨੂੰ ਪੋਲੀਟੀਕਲ ਤੌਰ ਤੇ ਹਜਮ ਨਹੀਂ ਹੋਇਆ। ਮਤਲਬ ਕਿ ਆਪਣੇ MLA ਟਕਸਾਲੀ ਕਾਂਗਰਸੀ ਤੇ ਨੌਨ ਟਕਸਾਲੀ ਕਾਂਗਰਸੀਆਂ ਦੇ ਵਿੱਚ ਇੱਕ ਅਲੱਗ ਗੁੱਟ ਬਣਿਆ ਔਰ ਅਲੱਗ ਜ਼ਬਰਦਸਤ ਤੌਰ ਤੇ ਇੱਕ ਅੰਦਰੂਨੀ ਜੰਗ ਚੱਲ ਰਹੀ ਹੈ, ਜਿਹਨੂੰ ਰੋਕਣਾ ਬਹੁਤ ਜ਼ਰੂਰੀ ਹੈ। ਬਿਲਕੁਲ ਹੀ ਬਾਜਵਾ ਸਾਹਿਬ ਨੇ ਕਿਹਾ ਕਿ ਜੇ ਹੁਣ ਆਪਾਂ ਮੰਤਰੀ ਮੰਡਲ ਛੱਡ ਕੇ ਕਾਂਗਰਸ ਦੀ ਗੱਲ ਕਰ ਲਈਏ ਤੇ ਕਾਂਗਰਸ ਦਾ ਪ੍ਰਧਾਨ ਬਦਲਣਾ ਤਾਂ ਤੈਅ ਹੈ। ਇਹ ਦੇਖਣ ਵਾਲੀ ਗੱਲ ਹੋਗੀ ਕਿ ਜੱਟ ਸਿੱਖ ਬਣਦਾ ਜਾਂ ਹਿੰਦੂ ਬਣਦਾ ਜਾਂ ਦਲਿਤ ਬਣਦਾ, ਕਿਉਂਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਲਗਾਤਾਰ ਹੀ ਆਪਣਾ ਕੰਬੀਨੇਸ਼ਨ ਬਣਾ ਰਹੀਆਂ ਨੇ ਤੇ ਕਾਂਗਰਸ ਦੇ ਵਿੱਚ ਜੱਟ ਲੌਬੀ ਕਾਫੀ ਭਾਰੀ ਦਿਖਾਈ ਵੀ ਦੇ ਰਹੀ ਹੈ। ਦੇਖੋ ਜੀ, ਵਰਗ ਵਿਸ਼ੇਸ਼ ਦੀ ਤਾਂ ਗੱਲ ਹੈ ਹੀ ਕਿ ਉਹਦੇ 'ਚ ਹਿੰਦੂ ਮੈਜੋਰਿਟੀ ਵਾਲਾ ਬਣਦਾ ਹੈ ਜਾਂ ਜੱਟ ਸਿੱਖ ਬਣਦਾ ਹੈ, ਬਟ ਟਕਸਾਲੀ ਇੱਕ ਵੱਡਾ ਫੈਕਟਰ ਹੈ ਜਿਹੜਾ ਇਹਨਾਂ ਨੇ ਵੀ ਕਿਹਾ ਕਿ ਟਕਸਾਲੀਆਂ ਨੂੰ ਇਸ ਵਾਰੀ ਤੁਸੀਂ ਰਾਹੁਲ ਗਾਂਧੀ ਨਾਲ ਹੋਈ ਹਰ ਮੁਲਾਕਾਤ ਦੇ ਵਿੱਚ ਟਕਸਾਲੀਆਂ ਨੇ ਬੜੀ ਜ਼ੋਰ ਸ਼ੋਰ ਨਾਲ ਗੱਲ ਇਹ ਰੱਖੀ ਹੈ ਕਿ ਪੈਰਾਸ਼ੂਟ ਨਾਲ ਆਏ ਹੋਏ ਕਾਂਗਰਸੀ ਵੱਡੀਆਂ ਵੱਡੀਆਂ ਪੋਸਟਾਂ ਦੇ ਵੱਡੇ ਵੱਡੇ ਅਹੁਦੇ ਤੇ ਵੱਡੀ ਵੱਡੀ ਜ਼ਿੰਮੇਵਾਰੀਆਂ ਲੈ ਕੇ ਬੈਠੇ ਨੇ, ਜਦੋਂ ਕਿ ਟਕਸਾਲੀਆਂ ਨੂੰ ਖੁੱਡੇ ਲੈਣ ਲਾ ਦਿੱਤਾ ਗਿਆ। ਇਸ ਕਰਕੇ ਜੇ ਟਕਸਾਲੀਆਂ ਨੂੰ ਉਹਨਾਂ ਦੇ ਮਨ ਮੁਤਾਬਕ ਸੁਵਿਧਾਜਨਕ ਪੋਸਟਾਂ ਨਾ ਮਿਲੀਆਂ ਜਾਂ ਜ਼ਿੰਮੇਵਾਰੀਆਂ ਨਾ ਮਿਲੀਆਂ ਤਾਂ ਕਾਂਗਰਸ ਲਈ ਡੈਂਟ ਪੈਣਾ ਲਾਜ਼ਮੀ ਹੈ। ਇਸੇ ਤਰ੍ਹਾਂ ਵਰਗ ਵਿਸ਼ੇਸ਼ ਦੀ ਜਿਹੜੀ ਤੁਸੀਂ ਗੱਲ ਕੀਤੀ, ਹਿੰਦੂ ਵਾਲੇ ਮਾਮਲੇ ਦੇ ਅਸ਼ਵਨੀ ਸ਼ੇਖੜੀ ਖੁਦ ਖੁੱਲ੍ਹੇ ਆਮ ਇਹ ਕਹਿ ਚੁੱਕੇ ਨੇ ਕਿ ਹਿੰਦੂ ਲੀਡਰਸ਼ਿਪ ਨੂੰ ਕਾਂਗਰਸ ਦੇ ਵਿੱਚ ਸਾਈਡ ਲਾਈਨ ਕੀਤਾ ਜਾ ਰਿਹਾ ਹੈ। ਇਹ ਬਹੁਤ ਹੀ ਘਾਤਕ ਹੈ ਕਿਉਂਕਿ ਕਾਂਗਰਸ ਹਜੇ ਤੱਕ ਦੇ ਪੂਰੇ ਟੈਨਿਓਰ ਔਰ ਪੂਰੇ ਸਿਨੈਰੀਓ ਦੇ ਵਿੱਚ ਇੱਕ ਬੜੀ ਸੈਕੂਲਰ ਪਾਰਟੀ ਦੇ ਤੌਰ ਤੇ ਦੇਖੀ ਜਾਂਦੀ ਰਹੀ ਹੈ, ਪਰ ਜਿਸ ਤਰੀਕੇ ਨਾਲ ਬਦਲਦੇ ਹੋਏ ਸਿਨੈਰੀਓ ਦੇ ਵਿੱਚ ਇਹ ਇੱਕ ਵਰਗ ਵਿਸ਼ੇਸ਼ ਨੂੰ ਖੁਸ਼ ਕਰਨ ਤੇ ਲੱਗ ਗਏ ਨੇ ਔਰ ਇਸ ਤਰੀਕੇ ਦੇ ਆਰੋਪ ਆਪਣੇ ਹੀ ਵਰਿਸ਼ਠ ਨੇਤਾ ਜਦੋਂ ਲਗਾਉਣ ਲੱਗ ਜਾਣ ਕਿ ਹਿੰਦੂ ਲੀਡਰਸ਼ਿਪ ਨੂੰ ਸਾਈਡ ਲਾਈਨ ਕੀਤਾ ਜਾ ਰਿਹਾ ਹੈ ਤਾਂ ਇਹ ਬਹੁਤ ਹੀ ਘਾਤਕ ਹੈ। ਔਰ ਇਹਦਾ ਅਗਰ ਇਸ ਮਸਲੇ ਨੂੰ ਵੀ ਸਹੀ ਤਰੀਕੇ ਨਾਲ ਹੈਂਡਲ ਨਾ ਕੀਤਾ ਗਿਆ ਤਾਂ ਕਾਂਗਰਸ ਨੂੰ ਡੈਮੇਜ ਹੋਣਾ ਤੈਅ ਹੈ। ਤੇ ਜਿਸ ਤਰ੍ਹਾਂ ਟਵਿੱਟਰ ਕਿੰਗ ਕਹੇ ਜਾਂਦੇ ਨੇ ਨਵਜੋਤ ਸਿੰਘ ਸਿੱਧੂ, ਤੇ ਟਵੀਟ ਕਰਦੇ ਨੇ ਤੇ ਪੂਰੀ ਤਰ੍ਹਾਂ ਭੁਚਾਲ ਵੀ ਪੈਦਾ ਹੋ ਜਾਂਦਾ, ਲੇਕਿਨ ਉੱਥੇ ਹੀ ਜਿਹੜੇ ਤੁਸੀਂ ਗੱਲ ਕੀਤੀ ਟਕਸਾਲੀ ਕਾਂਗਰਸੀ, ਉਹ ਉਹਨਾਂ ਨੂੰ ਕਹਿੰਦੇ ਨੇ ਵੀ ਪੈਰਾਸ਼ੂਟ ਰਾਹੀਂ ਕਾਂਗਰਸ ਦੇ ਵਿੱਚ ਆ ਗਏ ਤੇ ਕਾਂਗਰਸ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ। ਕੀ ਜਿਹੜੇ ਟਕਸਾਲੀਆਂ ਨੂੰ ਇਹ ਮਨਜ਼ੂਰ ਹੋਊਗਾ ਜੇ ਕੱਲ੍ਹ ਨੂੰ ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ? ਐਕਸੈਪਟ ਤਾਂ ਨਹੀਂ ਹੋਏਗਾ ਕਿਉਂਕਿ ਉਹ ਖੁੱਲ੍ਹੇਆਮ ਸ਼ਮਸ਼ੇਰ ਸਿੰਘ ਦੁੱਲੋਂ ਸਾਹਿਬ ਦੀ ਗੱਲ ਕਰ ਲਓ ਜਾਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀ ਗੱਲ ਕਰ ਲਓ ਤਾਂ ਉਹਨਾਂ ਨੇ ਤਾਂ ਖੁੱਲ੍ਹੇਆਮ ਇਹ ਗੱਲ ਕਹਤੇ ਹੈ ਕਿ ਸਾਨੂੰ ਟਕਸਾਲੀਆਂ ਨੂੰ ਅਹਿਮ ਜ਼ਿੰਮੇਵਾਰੀ ਦੇਣੀ ਹੀ ਪੈਣੀ ਹੈ। ਔਰ
ਉਹਨਾਂ ਨੇ ਕਾਂਗਰਸ ਹਾਈਕਮਾਨ ਸੋਨੀਆ ਗਾਂਧੀ ਨੂੰ ਵੀ ਇਹ ਗੱਲ ਜਾ ਕੇ ਕਹੀ ਹੈ, ਰਾਹੁਲ ਗਾਂਧੀ ਨੂੰ ਵੀ ਇਹ ਗੱਲ ਕਹੀ ਹੈ। ਰਾਹੁਲ ਗਾਂਧੀ ਨੇ ਆਪਣੀ ਮੁਲਾਕਾਤ ਦੇ ਵਿੱਚ ਵੀ ਸਿੰਗਲ ਲਾਈਨ ਕੁਐਸਚਨ ਪੁੱਛਿਆ ਸੀਗਾ ਕਿ ਕਾਂਗਰਸ ਨੂੰ, ਪੰਜਾਬ ਕਾਂਗਰਸ ਨੂੰ ਕਿਸ ਤਰ੍ਹਾਂ ਮਜ਼ਬੂਤ ਕੀਤਾ ਜਾਵੇ ਤਾਂ ਕਿ 2022 ਦੇ ਇਲੈਕਸ਼ਨ 'ਚ ਅਸੀਂ ਆਪਣੀ ਜਿਹੜਾ ਦੁਰਗ ਹੈ ਉਹ ਫਤਿਹ ਕਰ ਸਕੀਏ। ਤਾਂ ਉਹਨਾਂ ਨੇ ਇਹੀ ਗੱਲ ਕਿਹਾ ਕਿ ਜਿਹੜੇ ਵਰਕਰ ਸਾਈਡ ਲਾਈਨ ਕੀਤੇ ਗਏ ਆ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਣ। ਤੁਸੀਂ ਦੇਖਿਆ ਹੋਣਾ ਮਜੀਠਾ ਨੂੰ ਹੁਣੇ ਜ਼ਿੰਮੇਵਾਰੀ ਦਿੱਤੀ ਗਈ ਤਾਂ ਬੜਾ ਐਪਰੀਸ਼ੀਏਟ ਵੀ ਹੋਇਆ ਕਿ ਬੜੇ ਦੇਰ ਆਏ ਪਰ दुरुस्त आए। अगर यही देर और दुरुस्त वाला हिसाब किताब जे कैप्टन अमरिंदर साहब अपने 2022 ਨੂੰ ਲੈ ਕੇ ਕਰਦੇ हैं ਤਾਂ ਇਹਦੇ ਪੋਜ਼ਿਟਿਵ ਨਤੀਜੇ ਆਣਗੇ। ਬਾਜਵਾ ਸਾਹਿਬ, ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਿਸ ਤਰ੍ਹਾਂ ਸੋਨੀਆ ਗਾਂਧੀ, ਰਾਹੁਲ ਤੇ ਪ੍ਰਿਯੰਕਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਹਿਦਾ ਸੀਗਾ ਵੀ ਮੈਂ ਨਵਜੋਤ ਸਿੰਘ ਸਿੱਧੂ ਨੂੰ ਟੋਲਰੇਟ ਨਹੀਂ ਕਰੂੰਗਾ ਤੇ ਇਹੀ ਕਾਰਨ ਹੈ ਕਿ ਉਹਨਾਂ ਨੇ ਆਪਣੇ ਅਸਤੀਫੇ ਦੀ ਪੇਸ਼ਕਸ਼ ਵੀ ਉਹਨਾਂ ਦੇ ਅੱਗੇ ਰੱਖ ਦਿੱਤੀ ਸੀ ਕਿ ਜੇ ਤੁਸੀਂ ਨਵਜੋਤ ਨੂੰ ਐਡਜਸਟ ਕਰਨਾ ਤਾਂ ਮੇਰਾ ਅਸਤੀਫਾ ਤੁਸੀਂ ਲੈ ਲਓ ਔਰ ਚਲਾਓ। ਲੇਕਿਨ ਉੱਥੇ ਹੀ ਪਾਰਟੀ ਬੈਕਫੁੱਟ ਤੇ ਫੇਰ ਦਿਖਾਈ ਦਿੱਤੀ। ਤਾਂ ਕੀ ਲੱਗ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਪੇਚ ਫਸਿਆ ਹੋਇਆ ਹੈਗਾ ਇਹ ਹੱਲ ਹੋ ਜਾਊਗਾ ਜਾਂ 2022 ਤੇ ਵੀ ਉਹਦਾ ਅਸਰ ਪਊਗਾ? ਤੁਸੀਂ ਗੱਲ ਨੋਟ ਕਰੋ, ਜਦੋਂ ਹਰੀਸ਼ ਰਾਵਤ ਨੂੰ ਪੰਜਾਬ ਮਾਮਲੇ ਦੇ ਪ੍ਰਭਾਰੀ ਬਣਾਇਆ ਗਿਆ ਉਹ ਪਹਿਲੇ ਦਿਨ ਤੋਂ ਹੀ ਨਵਜੋਤ ਦੇ ਫੇਵਰ 'ਚ ਸੀਗੇ। ਨਵਜੋਤ ਨੂੰ ਚੰਗੀ ਜ਼ਿੰਮੇਵਾਰੀ ਦੇਣੀ, ਉਹ ਫਸਟ ਡੇ ਦੇ ਕੰਦੇ ਪੇ ਸੀ ਆ ਕੇ। ਲੇਕਿਨ ਆਪਾਂ ਜਦੋਂ ਪਿਛਲੇ 2-3-4 ਦੇ ਮੀਟਿੰਗਾਂ ਚੱਲੀਆਂ ਆ ਕੇ ਉਹ 'ਚ ਦੇਖਿਆ ਕਿ ਹਾਈ ਕਮਾਨ ਵੀ ਸਿੱਧੂ ਦੇ ਮਾਮਲੇ 'ਚ ਇੱਕ ਤਰਫਾ ਫੈਸਲਾ ਲੈਣ ਯੋਗ ਨਹੀਂ ਹੈ। ਉਹਦੇ 'ਚ ਵੀ ਜਿਹੜਾ ਉਹ ਦੋ ਧੜਿਆਂ 'ਚ ਵੰਡਦਾ ਨਜ਼ਰ ਆ ਰਿਹਾ ਹੈ। ਇੱਕ ਤਾਂ ਉਹ ਧੜਾ ਸੀਗਾ ਜਿਹੜਾ ਸਿੱਧੂ ਦੇ ਫੇਵਰ 'ਚ ਸੀਗਾ ਆ ਕੇ, ਜਿਹੜਾ ਕਹਿੰਦਾ ਸੀ ਵੀ ਕੋਈ ਚੱਕਰ ਨਹੀਂ, ਸਟਾਰ ਪ੍ਰਚਾਰਕ ਹੈ। ਦੂਜਾ ਤੀਜਾ ਬੀਜੇਪੀ 'ਚੋਂ ਇੱਧਰੋਂ ਇੱਦਾਂ ਬੜੀਆਂ ਚੀਜ਼ਾਂ ਗੱਲ ਆ ਰਹੀਆਂ। ਦੂਜਾ ਇਹ ਸੀਗਾ ਵੀ ਜਿਹੜਾ ਕਹਿੰਦੇ ਯਾਰ ਵੀ ਇਸ ਨੂੰ ਟਕਸਾਲੀ ਅਕਾਲੀਆਂ ਆਪਣਾ ਕਾਂਗਰਸੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਵੀ ਉਹਦੇ 'ਚ ਵੀ ਵਿਦਨ ਦਾ ਪਾਰਟੀ ਜਿਹੜੀ ਹੈ ਉਹਦੀ ਬਿਆਨਬਾਜ਼ੀ ਦੇਖੋ, ਉਹਦੀ ਬੋਡੀ ਲੈਂਗੁਏਜ ਦੇਖੋ। ਆ ਕੇ ਟਵਿੱਟਰ ਜੰਗ ਪੰਜਾਬ ਦੀ ਕਾਂਗਰਸ ਦੇ ਵਿੱਚ ਨਵਜੋਤ ਸਿੱਧੂ ਨੇ ਸ਼ੁਰੂ ਕੀਤਾ। ਇਹ ਟ੍ਰੈਂਡ ਸੋਸ਼ਲ ਮੀਡੀਆ ਤੇ ਉਹਨਾਂ ਨੇ ਤੈਅ ਕੀਤਾ ਔਰ ਉਹ ਜਿਹੜਾ ਇਹ ਚੰਗਾ ਨਹੀਂ ਸੀ। ਆ ਕੇ ਅੱਜ ਤੁਸੀਂ ਹਰ ਕੋਈ ਆਪਣੀ ਦੁਨੀਆ, ਸਭ ਨੂੰ ਪਤਾ ਹੈ ਕਾਂਗਰਸ ਪਾਰਟੀ 'ਚ ਵੀ, ਬੀਜੇਪੀ 'ਚ ਵੀ ਔਰ ਆਮ ਆਦਮੀ ਪਾਰਟੀ ਉਹ ਅਲੱਗ ਧਾਰਾਂ ਦੀ ਜਿਹੜੀਆਂ ਧਿਰਾਂ ਆਪਣੇ ਪੰਜਾਬ 'ਚ ਹੈਗੀਆਂ ਨੇ। ਸਭ ਨੂੰ ਪਤਾ ਹੈ ਕਿ ਵੀ ਜਦੋਂ ਸੁਖਬੀਰ ਬਾਦਲ ਨੇ ਇਹਨੂੰ ਗੱਲ ਕਹਿਤੇ ਸੀ ਵੀ ਇੱਦਾਂ ਦੀ ਮਿਜ਼ਾਈਲ ਹੈ, ਪਤਾ ਨਹੀਂ ਕਿੱਧਰ ਨੂੰ ਚੱਲ ਜਾਏਗੀ ਆ ਕੇ, ਅਨਗਾਈਡਡ ਮਿਜ਼ਾਈਲ ਹੈ। ਪਰ ਉਹ ਗੱਲ ਠੀਕ ਹੈ, ਅਨਗਾਈਡਡ ਮਿਜ਼ਾਈਲ ਗਈ। ਪਰ ਲੇਕਿਨ ਗੱਲ ਇਹ ਸੀ ਕਿ ਤੁਸੀਂ ਜਦੋਂ ਅਕਾਲੀ ਦਲ 'ਚ ਸੀਗੇ ਧਰਨੇ 'ਤੇ ਬਹਿ ਗਏ, ਫਿਰ ਤੁਸੀਂ ਬੀਜੇਪੀ 'ਚ ਆ ਗਏ, ਫਿਰ ਇਹ ਕੀਤਾ ਕਿ ਫਿਰ ਤੁਸੀਂ ਇੱਕੋ ਚੀਜ਼, ਇੱਕੋ ਸ਼ਬਦ ਇੱਕੋ ਇਸਤੇਮਾਲ ਕਰਦੇ ਹੋ। ਮਤਲਬ ਕਿ ਤੁਸੀਂ ਕਿਸੇ ਨੂੰ ਨਹੀਂ ਬਖਸ਼ਿਆ ਤੇ ਜੋ ਤੁਸੀਂ ਕਿਸੇ ਵੱਲ ਇੱਕ ਉਂਗਲ ਕਰਦੇ ਹੋ, 3 ਉਂਗਲਾਂ ਤੁਹਾਡੇ ਵੱਲ ਵੀ ਆ ਰਹੀਆਂ ਸਿੱਧੂ ਸਾਹਿਬ। ਇਸ ਕਰਕੇ ਪੋਲੀਟੀਕਲ ਸਿਸਟਮ 'ਚ ਇਹ ਚੀਜ਼ ਬਰਦਾਸ਼ਤ ਨਹੀਂ ਹੁੰਦੀ। ਤੇ ਇਹ ਤਾਂ ਰਹੀ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ। ਲੇਕਿਨ ਹੁਣ ਨਵੀਂ ਜਿਹੜੀ ਜੰਗ ਸ਼ੁਰੂ ਹੋਈ ਹੈਗੀ ਆ ਉਹ ਮਨਪ੍ਰੀਤ ਤੇ ਰਾਜਾ ਵੜਿੰਗ ਦੀ ਹੋ ਚੁੱਕੀ ਹੈ ਤੇ ਲੱਗ ਰਿਹਾ ਵੀ ਦੋ ਜਿਹੜੀਆਂ ਗੱਲਾਂ ਇੱਕ ਹੀ ਟਾਈਮ ਦੇ ਵਿੱਚ ਪਾਰਟੀ ਨੂੰ ਕਿੰਨਾ ਕੁ ਨੁਕਸਾਨ ਪਹੁੰਚਾਉਣਗੀਆਂ। ਆਪਾਂ ਪਹਿਲਾਂ ਹੀ ਇਹ ਗੱਲ ਕਰਕੇ ਹਟੇ ਹਾਂ ਜੀ ਕਿ ਪੈਰਾਸ਼ੂਟ ਨਾਲ ਆਏ ਕਾਂਗਰਸ ਦੇ ਵਿੱਚ ਲੈਂਡ ਕਰੇ ਕਿਸੇ ਵੀ ਨੇਤਾ ਨੂੰ ਪੁਰਾਣੇ ਕਾਂਗਰਸੀ ਬਰਦਾਸ਼ਤ ਕਰਨ ਲਾਇਕ ਨਹੀਂ ਹੈ। ਔਰ ਉਹਨਾਂ ਦਾ ਤਾਂ ਨਾਤਾ ਵੈਸੇ ਵੀ ਮਨਪ੍ਰੀਤ ਦਾ ਅਕਾਲੀਆਂ ਨਾਲ ਰਿਹਾ ਤਾਂ। ਔਰ 15 ਲੱਖ ਦੇ ਚੈੱਕ ਦੇਣ ਦੇ ਮਾਮਲੇ ਦੇ ਵਿੱਚ ਵੀ ਰਾਜਾ ਵੜਿੰਗ ਨੇ ਖੁੱਲ੍ਹੇ ਤੌਰ 'ਤੇ ਮਾਰਕ ਕਰਕੇ ਦੱਸਿਆ ਕਿ ਜਦ ਤੋਂ ਇਹ ਕਾਂਗਰਸ ਦੇ ਵਿੱਚ ਆਏ ਨੇ ਤਦੋਂ ਤੋਂ ਹੀ ਅਕਾਲੀਆਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਲੱਗੇ ਹੋਏ ਨੇ। ਉਹਨਾਂ ਨੇ ਜਿਹੜੇ ਬੰਦੇ ਨੂੰ ਕਾਂਗਰਸ 'ਚ ਐਂਟਰੀਆਂ ਜਾਂ ਜਿਹੜੇ ਬੰਦਿਆਂ ਨੂੰ ਕਾਂਗਰਸ 'ਚ ਐਂਟਰੀਆਂ ਕਰਾ ਰਹੇ ਨੇ ਉਹ ਬੇਸਿਕਲੀ ਹੈ ਅਕਾਲੀ ਦਲ ਦੇ, ਲੇਕਿਨ ਉਹ ਕਾਂਗਰਸ ਦੇ ਅੰਦਰ ਰਹਿ ਕੇ ਅਕਾਲੀ ਦਲ ਨੂੰ ਮਜ਼ਬੂਤ ਕਰ ਰਹੇ ਆ। ਇਹ ਬਹੁਤ ਹੀ ਗੰਭੀਰ ਮਾਮਲਾ ਹੈ ਔਰ ਬਹੁਤ ਹੀ ਗੰਭੀਰ ਹਮਲਾ ਹੈ। ਇਸ ਤਰੀਕੇ ਨਾਲ ਜਿਹੜਾ ਪੈਰਾਸ਼ੂਟ ਵਰਸਸ ਕਾਂਗਰਸੀ ਇਹ ਲੰਬੇ ਸਮੇਂ ਤੱਕ ਅਗਰ ਖਿੱਚਦਾ ਹੈ ਫਿਰ ਉਹੀ ਗੱਲ ਹੈ ਕਿ ਕਾਂਗਰਸ ਨੂੰ ਹੀ ਨੁਕਸਾਨ ਹੋਏਗਾ। ਬਾਜਵਾ ਸਾਹਿਬ, ਸਰੂਪ ਚੰਦ ਸਿੰਗਲਾ ਜਾਂਦੇ ਨੇ ਬਠਿੰਡੇ ਦੇ ਵਿੱਚ ਥਰਮਲ ਪਲਾਂਟ ਜਿਹੜਾ ਬੰਦ ਹੋ ਚੁੱਕਿਆ, ਉੱਥੇ ਦੀ ਕਿਹਾ ਜਾਂਦਾ ਕਿ ਮਾਈਨਿੰਗ ਹੋ ਰਹੀ ਹੈਗੀ ਹੈ ਤੇ ਸਿੱਧਾ ਆਰੋਪ ਜੜ ਦਿੱਤਾ ਜਾਂਦਾ ਮਨਪ੍ਰੀਤ ਸਿੰਘ ਦੇ ਸਾਲੇ ਜੋਹਲ ਤੇ ਉਹੀ ਜਿਹੜੀ ਵੀਡੀਓ ਹੁੰਦੀ ਹੈਗੀ ਆ ਰਾਜਾ ਵੜਿੰਗ ਅਟੈਕ ਕਰ ਦਿੰਦੇ ਨੇ ਮਨਪ੍ਰੀਤ ਬਾਦਲ ਤੇ ਕਿ ਇਹ ਦੇਖੋ ਵੀ ਕੀ ਹੋ ਰਿਹਾ ਹੈਗਾ। ਤੁਸੀਂ ਤਾਂ ਚਲੋ ਉਹਨਾਂ ਦੀ ਬਹੁਤ ਛੋਟੀ ਗੱਲ ਕਹਿ ਰਹੇ ਹੋ, ਹੋਰ ਕਾਫੀ ਤਰ੍ਹਾਂ ਦੇ ਲੋਕ ਉੱਥੇ ਪ੍ਰਤੀਰੋਪ ਲਗਾ ਰਹੇ ਨੇ। ਜੋ ਚੱਲ ਰਿਹਾ ਮੇਰੇ ਖਿਆਲ ਮਨਪ੍ਰੀਤ ਬਾਦਲ ਜੇ ਪਤਾ ਨਹੀਂ ਨਜ਼ਰਾਂ ਦੇ ਥੱਲੇ ਹੋ ਰਿਹਾ ਜਾਂ ਨਹੀਂ ਹੋ ਰਿਹਾ, ਇਹ ਅਕਸਰ ਗੱਲ ਜਿਹੜੀ ਗੱਲ ਹੈਗੀ ਆ ਉਹ ਰਾਜਸੀ ਲੜਾਈ ਦੀ ਹੈਗੀ ਆ ਜਿਹੜੀ ਹੁਣ ਨਵੀਂ ਸ਼ੁਰੂ ਹੋਈ ਆ। ਕੈਪਟਨ ਅਮਰਿੰਦਰ ਸਿੰਘ ਵਰਸਸ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਬਾਦਲ ਵਰਸਸ ਰਾਜਾ ਵੜਿੰਗ। ਨਹੀਂ ਬਿਲਕੁਲ, ਇਹ ਗੱਲ ਦੇਖੋ ਕਿ ਵੀ ਇੱਕ ਤੇ ਤੁਸੀਂ
ਕਿਉਂਕਿ ਅਕਸਰ ਕਾਂਗਰਸ ਪਾਰਟੀ 'ਚ ਵੀ ਔਰ ਦੂਜੀ ਤਰ੍ਹਾਂ 'ਚ ਵੀ ਤੁਸੀਂ ਕਿਸੇ ਵਿਧਾਨ ਸਭਾ ਹਲਕੇ 'ਚ ਜਾ ਕੇ ਗ੍ਰਾਂਟ ਵੰਡੋਗੇ ਆ ਕੇ, ਕਿਹੜਾ ਮੌਜੂਦਾ ਐਮਐਲਏ ਬਰਦਾਸ਼ਤ ਕਰੇਗਾ ਆ ਕੇ? ਗਿੱਦੜਬਾਹਾ ਤੁਹਾਡਾ ਪੁਰਾਣਾ ਇਲਾਕਾ ਰਿਹਾ, ਲੋਕ ਸਾਰੇ ਚੰਗੀ ਤਰ੍ਹਾਂ ਜਾਣਦੇ ਤੁਸੀਂ ਕਿੰਨਾ ਕੁ ਡਿਵੈਲਪਮੈਂਟ ਦਾ ਕੰਮ ਕੀਤਾ। ਉਸ ਤੋਂ ਬਾਅਦ ਰਾਜਾ ਵੜਿੰਗ ਨੂੰ ਤੇ ਇੱਕ ਗੱਲ ਦੀ ਸੀ ਵੀ ਇਹਦਾ ਆ ਨਹੀਂ ਕੇ ਵੀ ਬਠਿੰਡੇ ਤੋਂ ਮੋਹ ਭੰਗ ਹੋ ਗਿਆ ਤੇ ਪੁਰਾਣਾ ਹਲਕਾ ਹੁਣ ਯਾਦ ਆਉਣ ਲੱਗ ਗਿਆ। ਦੇਖੋ ਕਿਆਸ ਰਹੀਆਂ ਤਾਂ ਰਾਜਨੀਤਿਕ ਗਲਿਆਰਿਆਂ ਤੇ ਚਰਚਾ ਤਾਂ ਬਹੁਤ ਚੱਲ ਰਹੀ ਆ ਕਿ, ਲੇਕਿਨ ਗੱਲ ਤਾਂ ਸਾਰੀ ਇੰਨੀ ਹੈ ਕਿ ਇੱਕ ਪਾਸੇ ਖਜ਼ਾਨਾ ਕਾਲੀ ਕਹਿੰਦੇ ਹੋ, ਇੱਕ ਪਾਸੇ ਭੋਗ ਦੇ 15 ਲੱਖ ਵੰਡ ਕੇ ਆ ਰਹੇ ਹੋ। ਦੇਖੋ ਜਸਟੀਫਾਈ ਤਾਂ ਨਹੀਂ ਹੈ, ਲੇਕਿਨ ਇਹ ਮੈਨੂੰ ਪੱਕਾ ਪਤਾ ਹੈ ਕਿਉਂਕਿ ਉਹ ਆਪਣੀ ਸ਼ਾਰੋ-ਸ਼ਾਰੀ ਅੰਦਾਜ਼ ਦੇ ਵਿੱਚ ਕੁਛ ਨਾ ਕੁਛ ਉਸ ਨੂੰ ਜਸਟੀਫਾਈ ਕਰ ਦੇਣਗੇ। ਲੇਕਿਨ ਗੱਲ ਤਾਂ ਪੋਲੀਟੀਕਲ ਸਿਸਟਮ ਦੀ ਆ ਕੇ ਤੁਸੀਂ ਅੱਜ ਤੱਕ ਕਾਲੀ ਸਰਕਾਰ ਦੇਖੀ ਹੈ, ਕੋਈ ਕਿ ਹਲਕੇ 'ਚ ਬਰਦਾਸ਼ਤ ਨਹੀਂ ਕਰਦਾ ਕਿ ਮੇਰੀ ਹਲਕੇ 'ਚ ਆ ਕੇ ਕੋਈ ਦੂਜਾ ਐਮਐਲਏ ਜਾਂ ਮੰਤਰੀ ਆ ਕੇ ਗ੍ਰਾਂਟ ਵੰਡੇ। ਇਸ ਤਰ੍ਹਾਂ ਹੁਣ ਇੱਕ ਅੰਦਰੂਨੀ ਜਿਹੜੀ ਰੰਗ ਚੱਲ ਰਿਹਾ ਸੀ ਆ ਕੇ, ਇਹ ਵੀ ਜਿਵੇਂ ਤੁਸੀਂ ਗੱਲ ਕਰਦੇ ਨਾ ਕਾਂਗਰਸ ਪਾਰਟੀ 'ਚ ਬਲਾਸਟ, ਇਹ ਵੀ ਕੋਈ ਬਲਾਸਟ ਹੋਇਆ ਕੱਲ। ਰਾਜਾ ਵੜਿੰਗ ਦਾ ਜਿਹੜਾ ਮਤਲਬ ਕਿ ਕਹਿ ਲਓ ਪੇਸ਼ੈਂਸ ਟੁੱਟੀ ਹੈ ਇਨਸਾਨ ਦੀ, ਕਿਤਨਾ ਕਿ ਟੁੱਟੀ ਹੈ, ਟੁੱਟ ਕੇ ਬੋਲਿਆ। ਨਹੀਂ ਤਾਂ ਪਹਿਲਾਂ 4 ਸਾਲ ਕਿਉਂ ਨਹੀਂ ਬੋਲਿਆ ਕਿ ਚੱਲ ਤਾਂ 4 ਸਾਲ ਤੋਂ ਰਿਹਾ ਸੀ ਆ ਕੇ, ਬਰਦਾਸ਼ਤ ਤਾਂ ਸੀਗਾ। ਲੇਕਿਨ ਹੱਦ ਉਦੋਂ ਹੋ ਗਈ ਜਦੋਂ ਉਹਨਾਂ ਦੇ ਇਲਾਕੇ ਜਾਂ ਮੇਰੇ ਖਿਆਲ ਇਹੀ ਸਾਰਾ ਹੋਇਆ ਕਿ ਉਹ ਭੋਗ ਦੇ 15 ਲੱਖ ਦੇਣਾ, ਇਹ ਉਹਨਾਂ ਨੂੰ ਉਹਨਾਂ ਨੇ ਬਕਾਇਦਾ ਰਾਹੁਲ ਗਾਂਧੀ ਨੂੰ ਸ਼ਿਕਾਇਤ ਕਰਨਾ ਕਿ ਵੀ ਇੱਕ ਆਪਣੇ ਮੰਤਰੀ ਖਿਲਾਫ ਉਂਗਲ ਚੱਕਣੀ ਕਿੰਨੀ ਵੱਡੀ ਗੱਲ ਆ ਕੇ, ਉਹ ਇਹ ਗੱਲ ਚੱਕਣੀ ਕਿ ਤੁਸੀਂ ਇਹਨੂੰ ਸਸਪੈਂਡ ਕਰੋ, ਅਨੁਸ਼ਾਸਨ ਜਿਹੜੀ ਹੈਗੀ ਹੈ ਇਹ ਉਹਦੇ 'ਚ ਨਹੀਂ ਉਹਨੂੰ ਫਾਲੋ ਕਰਦਾ, ਉਹਨੂੰ ਕਰੋ ਆ ਕੇ। ਤਾਂ ਕੀ ਸੀਐਮ ਸਾਹਿਬ ਨਜ਼ਰ ਨਹੀਂ ਆ ਰਿਹਾ? ਲੇਕਿਨ ਕਿਹਾ ਜਾਂਦਾ ਕਿ ਚੰਗਾਰੀ ਤਾਂ ਉਸੇ ਟਾਈਮ ਹੌਲੀ ਹੌਲੀ ਸੁਲਗਦੀ ਹੁਣ ਜ਼ਿਆਦਾ ਸੁਲਗ ਗਈ ਜਦ ਪਾਰਲੀਮੈਂਟ ਦਾ ਇਲੈਕਸ਼ਨ ਸੀਗਾ। ਦੇਖੋ ਜੀ ਹਾਲਾਤ ਉਦੋਂ ਪਤਾ ਸੀਗਾ। ਅੱਜ ਉਹੀ ਸੁਖਪਾਲ ਖਹਿਰਾ ਨੇ ਕਿੰਨੇ ਪ੍ਰਕਾਰ ਸੰਗੀਨ ਰੋਪ ਲਗਾਉਂਦੇ ਰਹੇ ਨੇ ਸੀਐਮ ਸਾਹਿਬ ਤੇ, ਅੱਜ ਪਾਰਟੀ ਉਹਨੂੰ ਵੈਲਕਮ ਕਰ ਰਹੀ ਹੈ ਜੀ। ਉਹਨਾਂ ਕਰਕੇ ਇੱਕ ਰਾਣਾ ਗੁਰਜੀਤ ਮੰਤਰੀ ਜੀ ਨੂੰ ਜਿਹੜਾ ਅਸਤੀਫਾ ਦੇਣਾ ਪੈਂਦਾ ਰੌਲਾ ਪਾ ਕੇ ਆ ਕੇ, ਉਹਦੀ ਸੁਣਵਾਈ ਕੀਤੀ ਨਹੀਂ ਗਈ ਆ ਕੇ, ਉਹਨਾਂ ਦੇ ਲਿਆ ਕੇ ਹਿੱਕ ਤੇ ਬਿਠਾਤਾ ਕਿ ਤੁਸੀਂ ਜਦੋਂ ਹੱਥ ਦੇ ਜਿਹਦੇ ਹਿੱਕ ਤੇ ਜਾ ਕੇ ਤੁਸੀਂ ਜਦੋਂ ਝੋਨਾ ਲਾਓਗੇ ਆ ਕੇ, ਜੀਰੀ ਬੀਜੋਗੇ ਆ ਕੇ, ਇਦਾਂ ਦਾ ਚੀਕਾਂ ਤਾਂ ਮਾਰਨੀ ਆ ਕੇ। ਲੇਕਿਨ ਮੈਨੂੰ ਲੱਗਦਾ ਕਿ ਆਫਟਰ ਆਲ ਜਿਹੜਾ ਜਾਖੜ ਸਾਹਿਬ ਨੇ ਗੱਲ ਕੀਤੀ ਸੀ ਵੀ ਆਖਰਕਾਰ ਸੀਐਮ ਸਾਹਿਬ ਸਲਾਹਕਾਰ ਕੌਣ, ਵੀ ਕਿਹੜਾ ਪੋਲੀਟੀਕਲ ਡਿਸੀਜਨ ਮੇਕਿੰਗ ਦੇ ਪਿੱਛੇ ਜਿਹੜਾ ਉਹਨਾਂ ਨੂੰ ਦੱਸਦਾ ਹੈ ਔਰ ਜਿਹੜਾ ਕਰਦੇ ਆ। ਤੇ ਜੇ ਮੈਂ ਅੱਜ ਟਵੀਟ ਕਰਦਾ, ਮੈਂ ਅੱਜ ਗੱਲ ਕਰਦਾ 5 ਵਜੇ ਕਿ ਵੀ ਜਿਹੜੀ 2 ਮੰਤਰੀਆਂ ਦੇ ਐਮਐਲਏ ਬੱਚਾ ਨੌਕਰੀ ਠੀਕ ਨਹੀਂ ਹੈ, ਤੇ 8:30 ਵਜੇ ਕਿਹੜਾ ਟਵੀਟ ਕਰਵਾ ਰਿਹਾ ਕਿ ਨਹੀਂ ਮੈਂ ਸਟੈਂਡ ਬਰਕਰਾਰ ਰੱਖਾਂਗਾ। ਵੀ ਪ੍ਰਧਾਨ ਇੱਕ ਪਾਸੇ ਮੰਤਰੀ ਕਹਿ ਰਹੇ ਨੇ, ਲੀਡਰ ਕਹਿ ਰਹੇ ਨੇ ਕਿ ਜੋ ਪ੍ਰਧਾਨ ਨੇ ਕਿਹਾ ਗੱਲ ਠੀਕ ਹੈ, ਅਸੀਂ ਕਮੈਂਟ ਨਹੀਂ ਕਰਾਂਗੇ, ਸੀਐਮ ਸਾਹਿਬ ਦੇ ਰਹੇ ਨੇ। ਆਫਟਰ ਆਲ ਉਹਨਾਂ ਦਾ ਆਪਣੇ ਸਲਾਹਕਾਰਾਂ ਦੇ ਉੱਪਰ ਸਵਾਲ ਚੱਕਣਾ ਬਿਲਕੁਲ ਵਾਜਬ ਸੀ ਕਿ ਜਦੋਂ ਪ੍ਰਤਾਪ ਸਿੰਘ ਬਾਜਵਾ ਚੱਕੀ ਸੀ ਤਦ ਪਿੱਛੇ ਕੋਈ ਨਹੀਂ ਸੀ ਖੜਾ ਕੇ ਅੱਜ ਸਲਾਹਕਾਰ ਕਿਹੜਾ ਹੈ ਜਿਹੜਾ ਸੀਐਮ ਸਾਹਿਬ ਨੂੰ ਸਲਾਹ ਇੱਦਾਂ ਦੇ ਰਿਹਾ ਜਿਹਨਾਂ ਆਪਣੀ ਪਾਰਟੀ ਖਰਾਬ ਹੋ ਰਹੀ ਹੈ। ਇਸ ਲਈ ਇਹਨਾਂ ਨੂੰ ਕਿਤੇ ਨਾ ਕਿਤੇ ਆਉਣ ਵਾਲੇ ਸਮਾਂ ਜਿਹੜਾ ਹੋਏਗਾ, ਇਹ ਪਾਰਟੀ ਪ੍ਰਧਾਨ ਕੰਪੇਨ ਕਮੇਟੀ ਦਾ ਹੋਣ ਦਿਓ, ਇੱਕ ਨਵਾਂ ਯੂ ਟਰਨ ਲਏਗੀ ਕਾਂਗਰਸ। ਇਹ ਤੁਹਾਡੇ ਸਾਹਮਣੇ ਹੈ। ਇਹ ਸਨ ਸੁਖਬੀਰ ਸਿੰਘ ਬਾਜਵਾ ਤੇ ਅਸ਼ਵਨੀ ਕੁਮਾਰ ਜਿਹੜੇ ਦੱਸ ਰਹੇ ਸੀਗੇ ਕਿ ਕਿਸ ਤਰ੍ਹਾਂ ਦੀ ਪੰਜਾਬ ਦੀ ਜਿਹੜੀ ਰਾਜਸੀ ਬਣਤਰ ਹੈ ਹਰ ਸਮੇਂ ਬਦਲਦੀ ਜਾ ਰਹੀ ਹੈ। ਬੇਸ਼ੱਕ ਕਿਸੇ ਵੀ ਸਮੇਂ ਜਿਹੜਾ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋ ਸਕਦਾ ਹੈ, ਲੇਕਿਨ ਉੱਥੇ ਹੀ ਜਿਹੜੇ ਗਰੁੱਪਾਂ ਦੇ ਵਿੱਚ ਵੰਡੀ ਹੋਈ ਕਾਂਗਰਸ ਦਾ 2022 ਦੀਆਂ ਚੋਣਾਂ ਉੱਤੇ ਕੀ ਪ੍ਰਭਾਵ ਪੈਂਦਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ। ਬੇਸ਼ੱਕ ਹਾਈ ਕਮਾਂਡ ਇਹਨੂੰ ਪੂਰੀ ਤਰ੍ਹਾਂ ਪਲੋਸਣ ਦੇ ਵਿੱਚ ਲੱਗੀ ਹੋਈ ਹੈ ਕਿ ਸਭ ਅੱਛਾ ਹੈ, ਲੇਕਿਨ ਅੰਦਰੂਨੀ ਤੌਰ ਤੇ ਸਭ ਅੱਛਾ ਨਹੀਂ ਹੈ। ਵਿਸ਼ਾਲ ਅੰਗਰੇਸ਼, ਨਿਊਜ਼ 24, ਚੰਡੀਗੜ੍ਹ।